Hello students and welcome again to my channel. So students ਅਸੀਂ ਫਸਟ ਯੂਨਿਟ ਦਾ ਅੱਜ 5th ਚੈਪਟਰ ਕਰਨ ਜਾ ਰਹੇ ਹਾਂ ਜਿਹਦਾ ਨਾਮ ਆ ਐਰਰ ਐਨਾਲਿਸਿਸ। ਸੋ ਇਹਦਾ ਫਸਟ ਟੌਪਿਕ ਸਾਡੇ ਕੋਲ ਹੈਗਾ ਆ ਸਿਗਨੀਫੀਕੈਂਟ ਫਿਗਰਸ। ਸੋ ਫਸਟ ਆਫ ਆਲ ਸਿਗਨੀਫੀਕੈਂਟ ਫਿਗਰਸ ਕੀ ਹੁੰਦੀਆਂ ਆ, ਇਹਦੀ ਡੈਫੀਨੇਸ਼ਨ ਸਾਡੇ ਕੋਲ the digits whose values are accurately known in a particular measurement are called significant figures. So digits ਆਪਣੇ ਕੋ ਜਿਨ੍ਹਾਂ ਦੀਆਂ values ਆਪਾਂ accurately ਪੂਰਾ ਸਹੀ ਤਰੀਕੇ ਦੇ ਨਾਲ ਜਾਣ ਸਕੀਏ ਕਿਸੇ particular measurement ਦੇ ਵਿੱਚ, ਉਹਨਾਂ ਨੂੰ ਆਪਾਂ ਕੀ ਕਹਿੰਦੇ, digits ਨੂੰ significant figures ਕਹਿੰਦੇ, ਠੀਕ ਹੈ। ਸੋ ਕੋਈ ਵੀ ਵੈਲਿਊ ਜਿਹਦੀ ਆਪਾਂ ਪਾਰਟਿਕੂਲਰ ਮੈਜ਼ਰਮੈਂਟ ਦੇ ਵਿੱਚ ਐਕੂਰੇਟਲੀ ਉਹਦੀ ਵੈਲਿਊ ਨੂੰ ਡਿਟਰਮਿਨ ਕਰ ਲੈਂਦੇ ਆ, ਉਹ ਡਿਜਿਟਸ ਕੀ ਹੁੰਦੇ ਆ, ਸਿਗਨੀਫੀਕੈਂਟ ਫਿਗਰਸ ਹੁੰਦੇ ਆ, ਠੀਕ ਹੈ ਸਟੂਡੈਂਟਸ। ਹੁਣ ਜਿੰਨੇ ਆਪਣੇ ਕੋ ਕਿਸੇ ਮੈਜ਼ਰਮੈਂਟ ਦੇ ਵਿੱਚ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਜ਼ਿਆਦੀਆਂ ਹੋਣਗੀਆਂ, ਉਹ ਮੈਜ਼ਰਮੈਂਟ ਜਿਹੜੀ ਆ ਓਨੀ ਹੀ ਜ਼ਿਆਦੀ ਐਕੂਰੇਟ ਹੋਊਗੀ, ਠੀਕ ਹੈ ਸਟੂਡੈਂਟਸ। So greater the number of significant figures, more accurate is the measurement, ठीक है। ओनी ਉਹ ਆਪਾਂ ਕਵਾਂਗੇ ਵੀ measurement ਜਿਹੜੀ ਕੀ ਆ ਓਨੀ ਜ਼ਿਆਦੀ accurate ਹੈਗੀ ਆ ਜਿੰਨੇ ਜ਼ਿਆਦਾ number of significant figures ਹੋਣ, ਠੀਕ ਹੈ ਸਟੂਡੈਂਟਸ। so suppose for example ਆਪਣੇ ਕੋ ਇੱਕ ਆਪਾਂ ਕੋਈ ਫਿਗਰ ਲੈਨੇ ਆ 1.21 ਜਿਹੜੀ ਆ ਫਿਗਰ ਲੈ ਲੈਨੇ ਆ, ਠੀਕ ਹੈ। ਇਹਦੇ ਵਿੱਚ ਹੁਣ ਦੇਖੋ ਇਹ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈਗੀਆਂ ਆ, 3 ਸਿਗਨੀਫੀਕੈਂਟ ਫਿਗਰਸ ਹੈਗੀਆਂ ਆ, ਠੀਕ ਹੈ ਸਟੂਡੈਂਟਸ। ਸੋ ਜੇ ਇਹਦੇ ਕੰਪੈਰੀਟਿਵਲੀ ਆਪਾਂ ਇੱਕ ਹੋਰ ਫਿਗਰ ਕੰਸੀਡਰ ਕਰਦੇ ਆ 1.212, ਇਹਦੇ ਵਿੱਚ ਆਪਣੇ ਕੋਲ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਬਣ ਗਈਆਂ, 4 ਸਿਗਨੀਫੀਕੈਂਟ ਫਿਗਰਸ ਜਿਹੜੀਆਂ ਉਹ ਬਣ ਗਈਆਂ, ਠੀਕ ਹੈ। ਸੋ 4 ਡਿਜਿਟ ਜਿਹੜੇ ਆ ਉਹ 4 ਸਿਗਨੀਫੀਕੈਂਟ ਫਿਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਆ। ਇਹਦਾ ਮਤਲਬ ਕੀ ਆ ਵੀ ਆਪਣੇ ਕੋਲ ਇਹਨਾਂ ਦੋਵਾਂ ਵਿੱਚੋਂ ਕਿਹੜੀ ਜ਼ਿਆਦਾ ਵੈਲਿਊ ਜਿਹੜੀ ਆ ਉਹ ਐਕੂਰੇਟ ਹੋਊਗੀ, ਜਿਹਦੀਆਂ ਜ਼ਿਆਦਾ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਹੋਣਗੀਆਂ ਉਹ ਵੈਲਿਊ ਜਿਹੜੀ ਆ ਜ਼ਿਆਦਾ ਐਕੂਰੇਟ ਹੋਊਗੀ। ਇਹਦਾ ਮਤਲਬ ਇਹ 4 ਵਾਲੀ ਜਿਹੜੀ ਵੈਲਿਊ ਆ, 4 ਸਿਗਨੀਫੀਕੈਂਟ ਫਿਗਰਸ ਵਾਲੀ ਜਿਹੜੀ ਵੈਲਿਊ ਆ, ਇਹ ਐਕੂਰੇਟ ਹੋਊਗੀ 3 ਸਿਗਨੀਫੀਕੈਂਟ ਫਿਗਰ ਵਾਲੀ ਵੈਲਿਊ ਦੇ ਨਾਲ, ਠੀਕ ਹੈ ਸਟੂਡੈਂਟਸ। ਸੋ ਹੋਰ ਇੱਕ ਐਗਜ਼ਾਮਪਲ ਜਿਹੜੀ ਕੰਸੀਡਰ ਕਰ ਲੈਂਦੇ ਆ। ਸਪੋਜ਼ ਵੀ ਆਪਣੇ ਕੋ ਐਵਰੇਜ ਡਿਸਟੈਂਸ ਜਿਹੜਾ ਅਰਥ ਦਾ ਮੂਨ ਨਾਲੋਂ ਕਿੰਨਾ ਹੈਗਾ ਆ, 377,000 ਕਿਲੋਮੀਟਰ ਆ, ਠੀਕ ਹੈ। ਇਹਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਆ, 3.77 into 10 to the raised power 5 ਕਿਲੋਮੀਟਰ। ਹੁਣ ਇਹਦੇ ਵਿੱਚ ਆਪਣੇ ਕੋ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੋਣਗੀਆਂ, ਹੁਣ ਇਹਦੇ ਵਿੱਚ ਦੇਖੋ ਆਪਣੇ ਕੋਲ 6 ਜਿਹੜੀਆਂ ਉਹ ਸਿਗਨੀਫੀਕੈਂਟ ਫਿਗਰਸ ਨਹੀਂ ਹੈਗੀਆਂ। ਸੋ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਆ, ਸਿਰਫ 3 ਸਿਗਨੀਫੀਕੈਂਟ ਫਿਗਰਸ ਹੈਗੀਆਂ, ਠੀਕ ਹੈ। ਓਕੇ, ਇੰਨੀ ਗੱਲ ਕਲੀਅਰ ਹੋ ਗਈ ਕਿ ਨਹੀਂ। ਇਹਦਾ ਮਤਲਬ ਆਪਾਂ ਸਿਰਫ ਜਿਹੜਾ ਕੀ ਆ ਇਹਦੀ ਐਕੂਰੇਸੀ ਕਿੱਥੋਂ ਤੱਕ ਆ, ਮੈਜ਼ਰਮੈਂਟ ਦੀ 3 ਸਿਗਨੀਫੀਕੈਂਟ ਫਿਗਰਸ ਤੱਕ ਜਿਹੜੀ ਆ ਉਹਦੀ ਐਕੂਰੇਸੀ ਹੈਗੀ ਆ, ਠੀਕ ਹੈ ਸਟੂਡੈਂਟਸ। ਇਸੇ ਤਰ੍ਹਾਂ ਜੇ ਸਪੋਜ਼ ਕਰ ਲਓ ਵੀ 0.000123 ਸੈਂਟੀਮੀਟਰ ਆ, ਇਹਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੋਣਗੀਆਂ, ਉਹ ਵੀ 3 ਸਿਗਨੀਫੀਕੈਂਟ ਫਿਗਰਸ ਹੋਣਗੀਆਂ। ਬਾਕੀ ਜਿਹੜੀਆਂ ਆਪਣੇ ਕੋਲ 0 ਆ ਰਹੀਆਂ ਆ, ਇਹ ਸਿਗਨੀਫੀਕੈਂਟ ਫਿਗਰਸ ਦੇ ਵਿੱਚ ਇਨਕਲੂਡ ਨਹੀਂ ਹੁੰਦੀਆਂ, ਠੀਕ ਹੈ ਸਟੂਡੈਂਟਸ। ਸੋ ਇਹ ਕਿਸ ਤਰ੍ਹਾਂ ਪਤਾ ਲੱਗਦਾ ਆ ਸਾਨੂੰ ਵੀ ਆਪਾਂ ਇਹਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਆ, ਜਾਂ ਮਤਲਬ ਕਿ ਇਹਨੂੰ ਕਿਸ ਤਰ੍ਹਾਂ ਆਪਾਂ ਜਿਹੜਾ ਸਿਗਨੀਫੀਕੈਂਟ ਫਿਗਰਸ ਕੰਸੀਡਰ ਕਰਨਾ ਆ, ਠੀਕ ਹੈ। ਸੋ ਇਹਦੇ ਵਾਸਤੇ ਆਪਣੇ ਕੋਲ ਰੂਲਸ ਬਣਾਏ ਗਏ ਆ। ਰੂਲਸ ਜਿਹੜੇ ਕੀ ਹੈਗੇ ਆ ਆਪਣੇ ਕੋਲ ਸਿਗਨੀਫੀਕੈਂਟ ਫਿਗਰਸ ਦੇ, ਨੈਕਸਟ ਹੈਡਿੰਗ ਪਾਓ, ਰੂਲਸ ਫॉर determining the number of significant figures, significant figures ਦੇ ਨੰਬਰ ਨੂੰ ਦੱਸਣ ਦੇ ਲਈ ਕਿਹੜੇ ਰੂਲ ਜਿਹੜੇ ਆ ਉਹ ਬਣਾਏ ਗਏ ਆ। ਸਭ ਤੋਂ ਪਹਿਲਾ ਰੂਲ ਜਿਹੜਾ ਕਿ all non-zero digits are significant, all non-zero digits are
सिग्निफिकेंट जिन्ने भी नॉन जीरो मतलब जीरो तो इलावा जिन्ने भी अपने को डिजिट हैगे आ वो सारे की होणगे सिग्निफिकेंट डिजिट होणगे। ठीक है स्टूडेंट्स, सपोज फॉर एग्जांपल साडे को जिहड़ी आ वैल्यू हैगी आ 236.48। ठीक है, ये वैल्यू इहदे विच अपने को किन्ने सिग्निफिकेंट फिगर्स आ गईयां 5 सिग्निफिकेंट फिगर्स होणगियां। सारियां अपने को देखो डिजिट्स की हैगियां नॉन जीरो डिजिट्स आ। इस करके जिहड़ा की आ जिस भी टर्म दे विच जिस भी वैल्यू दे विच अपने को नॉन जीरो जिहड़े डिजिट्स होणगे वो सारे की होणगे सिग्निफिकेंट होणगे। ठीक है स्टूडेंट्स, समझ लग गई। सैकेंड अपने को रूल किया ऑल जीरोज जिन्नियां भी जीरोज होंदियां आ बिटवीन टू नॉन जीरो डिजिट्स बिटवीन टू नॉन जीरो डिजिट्स नॉन जीरो डिजिट्स दे विचकार जिन्नियां भी जिहड़ियां जीरोज होंदियां आ आर सिग्निफिकेंट, उन्हां नूं आपां की लवांगे सिग्निफिकेंट जिहड़ियां फिगर्स इनकलूड करांगे। ठीक है स्टूडेंट, हुण सपोज कर लो कि अपने को वैल्यू आ 206.012। ठीक है, हुण इस अपने को वैल्यू दे विच तुसीं देख सकदे जे या जीरो जिहड़ी पहली आ रही है ये दो नॉन जीरो डिजिट्स दे विचकार आ भी जीरो जिहड़ी आ ये भी नॉन जीरो डिजिट्स दे विचकार आ रही है। ਇਹਦਾ मतलब ये जीरोज ਜਿਹੜੀਆਂ ਹੈਗੀਆਂ ਇਹਨਾਂ ਨੂੰ ਵੀ सिग्निफिकेंट फिगर्स ਦੇ ਵਿੱਚ ਇਨਕਲੂਡ ਕਰਨਾ ਪਊਗਾ। ਇਸ ਕਰਕੇ ਟੋਟਲ ਜਿਹੜੀਆਂ ਆਪਣੇ ਕੋ ਕਿੰਨੀਆਂ सिग्निफिकेंट फिगर्स ਹੋ ਗਈਆਂ 6 सिग्निफिकेंट फिगर्स ਜਿਹੜੀਆਂ ਉਹ ਇਹਦੇ ਵਿੱਚ ਹੋਣਗੀਆਂ। ठीक है स्टूडेंट्स, इन्नी गल समझ लग गई। नेक्स्ट देखो थर्ड अपने को थर्ड रूल की हैगा ऑल जीरोज टू द राइट ऑफ डेसिमल पॉइंट दे राइट दे उत्ते जिन्नियां भी जीरो होणगियां एंड टू द लेफ्ट ऑफ नॉन जीरो डिजिट and to the left of non zero digits are never significant। वो कदी भी significant जड़ियां नहीं होणगियां। जिन्नियां भी जीरोस जड़ियां आ डेसिमल पॉइंट दे इधरले पासे जिन्नियां भी जीरो होणगियां। ठीक है, एंड नाल की होर दस्या उन्हें टू द लेफ्ट ऑफ नॉन जीरो डिजिट भी अगे कोई लेफ्ट दे उत्ते अपने को नॉन जीरो डिजिट आ जाता है। ठीक है, अगे की आ जाता अपने को नॉन जीरो डिजिट आ जाता है। सपोज कर लो अपने को 873। ठीक है, ये आ जाता है। तो ये अपने को जिन्ने भी डेसिमल प्लेस दे राइट दे उत्ते ठीक है जीरो जड़ियां होंदियां ते अगे अपने को नॉन जीरो डिजिट दे लेफ्ट दे उत्ते। ठीक है, ये जीरो जड़ियां कदे भी सिग्निफिकेंट फिगर विच इनकलूड नहीं होंदियां। इट मीनस साडे को सिग्निफिकेंट फिगर्स किन्नियां आ गईयां 3 सिग्निफिकेंट फिगर्स जड़ियां आ जांदियां। फॉर एग्जांपल एक होर आपां देख लैंदे आ भी जिस तरह 0.0124। ठीक है, 6 भी पा लो। सो ये वेखो अपने को डेसिमल प्लेस दे राइट साइड दे उत्ते राइट इधर हो गया, इधर अपने को डेसिमल प्लेस तो इमीडिएटली बाद जीरो आ जाती है। ठीक है, ते अगे अपने को जिहड़ा नेक्स्ट की है नॉन जीरो डिजिट जे नॉन जीरो डिजिट तो पहला ते पॉइंट तो बाद जे अपने को कोई जीरो जिहड़ी हुंदी आ ਉਹਨੂੰ ਆਪਾਂ कदी भी सिग्निफिकेंट फिगर ਦੇ ਵਿੱਚ ਇਨਕਲੂਡ नहीं करते। फिर अपने को इस वैल्यू ਦੇ ਵਿੱਚ सिग्निफिकेंट फिगर्स किन्नियां आ गईयां 4 सिग्निफिकेंट फिगर्स ਜਿਹੜੀਆਂ ਉਹ आ जाणगीਆਂ। फोर्थ रूल अपने को ਇਹਦੇ दो पार्ट आ। फर्स्ट पार्ट ਦੇ ਵਿੱਚ ਕੀ ਆ
all the zeros to the right of decimal point are significant। सो ਕਿਹੜੀਆਂ significant ਹੋਣਗੀਆਂ, ਜਿਹੜੀਆਂ zeros ਜਿਹੜੀਆਂ ਡੈਸੀਮਲ ਪੁਆਇੰਟ ਦੇ ਰਾਈਟ ਸਾਈਡ ਦੇ ਉੱਤੇ ਹੋਣਗੀਆਂ ਉਹ ਸਾਰੀਆਂ significant ਹੋਣਗੀਆਂ if they are not followed by non-zero digit। ਸੋ ਜਿੰਨੀਆਂ ਵੀ ਜ਼ੀਰੋ ਡੈਸੀਮਲ ਪੁਆਇੰਟ ਦੇ ਰਾਈਟ ਹੈਂਡ ਸਾਈਡ ਤੇ ਹੋਣਗੀਆਂ ਉਹ significant ਹੋਣਗੀਆਂ ਜੇ ਉਹ ਆਪਣੇ ਕੋ ਨॉन ਜ਼ੀਰੋ ਡਿਜਿਟ ਦੁਆਰਾ ਫੋਲੋ ਨਹੀਂ ਕੀਤੀਆਂ ਜਾਂਦੀਆਂ। ਠੀਕ ਹੈ ਸਟੂਡੈਂਟਸ, ਹੁਣ ਵੇਖੋ ਆਪਣੇ ਕੋ 60.00 ਵੈਲਿਊ ਆਪਣੇ ਕੋ ਕੋਈ, ਇਹਦੇ ਵਿੱਚ ਰਾਈਟ ਹੈਂਡ ਸਾਈਡ ਦੇ ਉੱਤੇ ਡੈਸੀਮਲ ਪੁਆਇੰਟ ਦੇ 2 ਜ਼ੀਰੋ ਆ। ਸੋ ਇਹ 2 ਜ਼ੀਰੋਆਂ significant ਫਿਗਰ ਦੇ ਵਿੱਚ ਇਨਕਲੂਡ ਹੋਣਗੀਆਂ ਕਿਉਂਕਿ ਇਹ ਨॉन ਜ਼ੀਰੋ ਡਿਜਿਟ ਦੁਆਰਾ ਫੋਲੋ ਨਹੀਂ ਕੀਤੀਆਂ ਜਾਂਦੀਆਂ, ਜ਼ੀਰੋ ਡਿਜਿਟ ਦੁਆਰਾ ਫੋਲੋ ਕੀਤੀਆਂ ਜਾ ਰਹੀਆਂ। ਇਸ ਕਰਕੇ ਇਹਨਾਂ ਨੂੰ ਆਪਾਂ ਕੀ ਲੈ ਲਾਂਗੇ, significant ਫਿਗਰਸ ਦੇ ਵਿੱਚ ਇਨਕਲੂਡ ਕਰ ਲਾਂਗੇ। ਇਹਦਾ ਮਤਲਬ ਟੋਟਲ ਨੰਬਰ ਆਫ significant ਫਿਗਰਸ ਇਸ ਵੈਲਿਊ ਵਿੱਚ ਕਿੰਨੀਆਂ ਆ ਗਈਆਂ, 4 significant ਫਿਗਰਸ ਜਿਹੜੀਆਂ ਆ ਜਾਂਦੀਆਂ। ਠੀਕ ਹੈ, ਇੱਕ ਹੋਰ ਐਗਜ਼ਾਮਪਲ ਲਓ 130.000। ਇਹਦੇ ਵਿੱਚ ਕਿੰਨੀਆਂ significant ਫਿਗਰਸ ਹੋਣਗੀਆਂ, ਹੁਣ ਵੇਖੋ ਡੈਸੀਮਲ ਪੁਆਇੰਟ ਤੋਂ ਬਾਅਦ ਫਿਰ ਜ਼ੀਰੋਜ਼ ਜਿਹੜੀਆਂ ਆ ਉਹ ਇੱਕ ਜ਼ੀਰੋ ਡਿਜਿਟ ਤੋਂ ਬਾਅਦ ਜਿਹੜੀਆਂ ਫੋਲੋ ਕੀਤੀਆਂ ਗਈਆਂ ਆ। ਠੀਕ ਹੈ, ਯਾਨੀ ਕਿ ਨॉन ਜ਼ੀਰੋ ਡਿਜਿਟ ਦੇ ਦੁਆਰਾ ਫੋਲੋ ਨਹੀਂ ਕੀਤੀਆਂ ਗਈਆਂ। ਇਸ ਕਰਕੇ ਇਹਦੇ ਵਿੱਚ ਕਿੰਨੀਆਂ significant ਫਿਗਰਸ ਆ ਜਾਣਗੀਆਂ, 6 significant ਫਿਗਰਸ ਜਿਹੜੀਆਂ ਉਹ ਆ ਜਾਣਗੀਆਂ। ਠੀਕ ਹੈ ਸਟੂਡੈਂਟਸ, ਇੰਨੀ ਸਮਝ ਲੱਗ ਗਈ। ਸੋ ਨੈਕਸਟ ਅੱਗੇ ਦੇਖੋ ਸਟੂਡੈਂਟਸ ਬੀ ਪਾਰਟ ਇਹਦਾ all the zeros to the right of last non-zero digit। ਲਾਸਟ ਜਿਹੜਾ ਨॉन ਜ਼ੀਰੋ ਡਿਜਿਟ ਉਹਦੀ ਰਾਈਟ ਸਾਈਡ ਦੇ ਉੱਤੇ ਜਿਹੜੀਆਂ ਜ਼ੀਰੋਜ਼ ਆਉਂਦੀਆਂ ਆਫਟਰ ਦਾ ਡੈਸੀਮਲ ਪੁਆਇੰਟ ਆਰ significant। ਠੀਕ ਹੈ, ਸੋ ਸਪੋਜ਼ ਕਰ ਲਓ ਵੀ ਆਪਣੇ ਕੋਲ ਵੈਲਿਊ ਹੈਗੀ ਹੈ 0.03400। ਹੁਣ ਇਹਦੇ ਵਿੱਚ ਆਪਣੇ ਕੋਲ ਡੈਸੀਮਲ ਪੁਆਇੰਟ ਤੋਂ ਬਾਅਦ ਜਿਹੜਾ ਲਾਸਟ ਵਿੱਚ ਨॉन ਜ਼ੀਰੋ ਡਿਜਿਟ ਆ ਰਿਹਾ ਆ। ਠੀਕ ਹੈ, ਸੋ ਉਹਦੀ ਰਾਈਟ ਸਾਈਡ ਦੇ ਉੱਤੇ ਜਿਹੜੀਆਂ ਜ਼ੀਰੋਜ਼ ਹੋਣਗੀਆਂ ਉਹ ਵੀ ਕੀ ਹੋਣਗੀਆਂ, significant ਫਿਗਰਸ ਦੇ ਵਿੱਚ ਇਨਕਲੂਡ ਹੋ ਜਾਣਗੀਆਂ। ਇਟ ਮੀਨਸ ਆਪਣੇ ਕੋਲ ਟੋਟਲ ਨੰਬਰ ਆਫ significant ਫਿਗਰਸ ਕਿੰਨੀਆਂ ਹੋਣਗੀਆਂ, 4 ਜਿਹੜੀਆਂ significant ਫਿਗਰਸ ਹੋਣਗੀਆਂ। ਠੀਕ ਹੈ ਸਟੂਡੈਂਟਸ, ਸੋ ਪਹਿਲੇ ਵਿੱਚ ਆਪਣੇ ਕੋਲ ਤੇ ਇਹ ਦੂਸਰੇ ਦੇ ਵਿੱਚ ਮਾਮੂਲੀ ਜਿਹਾ ਜਿਹੜਾ ਫਰਕ ਆ ਵੀ ਉਹਦੇ ਵਿੱਚ ਆਪਾਂ ਕਿਹਾ ਸੀ ਵੀ all the zeros ਜਿਹੜੀਆਂ right of the decimal point are significant। ਵੀ ਜਿੰਨੀਆਂ ਜ਼ੀਰੋ ਜਿਹੜੀਆਂ ਆ ਪੁਆਇੰਟ ਤੋਂ ਬਾਅਦ ਹੋਣਗੀਆਂ ਜਿਹੜੀਆਂ ਉਹ significant ਫਿਗਰ ਹੋਣਗੀਆਂ ਜੇ ਉਹ ਫੋਲੋ ਨਹੀਂ ਕੀਤੀਆਂ ਜਾਂਦੀਆਂ ਨॉन ਜ਼ੀਰੋ ਡਿਜਿਟ ਦੇ ਦੁਆਰਾ, ਯਾਨੀ ਕਿ ਜ਼ੀਰੋ ਦੇ ਦੁਆਰਾ ਹੀ ਫੋਲੋ ਕੀਤੀਆਂ ਜਾਂਦੀਆਂ ਡੈਸੀਮਲ ਪੁਆਇੰਟ ਤੋਂ ਬਾਅਦ ਤੇ ਉਹ significant ਫਿਗਰ ਹੈ। ਤੇ ਇਹਦੇ ਵਿੱਚ ਕੀ ਆ ਜਾਂਦੀਆਂ, ਸਾਰੀਆਂ ਜ਼ੀਰੋ ਜਿਹੜੀਆਂ ਆ ਲਾਸਟ ਨॉन ਜ਼ੀਰੋ ਡਿਜਿਟ ਤੋਂ ਬਾਅਦ ਵਾਲੀਆਂ। ਠੀਕ ਹੈ, ਲਾਸਟ ਨॉन ਜ਼ੀਰੋ ਡਿਜਿਟ ਦੇ ਰਾਈਟ ਸਾਈਡ ਦੇ ਉੱਤੇ ਬਾਅਦ ਵਾਲੀਆਂ ਜਿਹੜੀਆਂ ਜ਼ੀਰੋਜ਼ ਹੋਣਗੀਆਂ। ਠੀਕ ਹੈ, ਉਹ ਸਾਰੀਆਂ ਜਿਹੜੀਆਂ ਆ significant ਫਿਗਰ ਦੇ ਵਿੱਚ ਇਨਕਲੂਡ ਹੋਣਗੀਆਂ। ਸੋ ਨੈਕਸਟ ਅੱਗੇ ਦੇਖੋ ਆਪਣੇ ਕੋ 5th ਰੂਲ ਜਿਹੜਾ ਆ ਕੀ ਹੈਗਾ ਰੂਲ, all zeros to the right of last non zero digit। ਲਾਸਟ ਜਿਹੜਾ ਨॉन ਜ਼ੀਰੋ ਡਿਜਿਟ ਆ ਉਹਦੇ ਰਾਈਟ ਸਾਈਡ ਦੇ ਉੱਤੇ ਜਿਹੜੀਆਂ ਜ਼ੀਰੋਜ਼ ਹੋਣਗੀਆਂ ਆਰ ਨਾਟ significant। ਉਹ ਕੀ ਆ, significant ਨਹੀਂ ਹੋਣਗੀਆਂ। ਠੀਕ ਹੈ, ਇਹਦੇ ਵਿੱਚ ਡੈਸੀਮਲ ਪਲੇਸ ਦੀ ਗੱਲ ਨਹੀਂ ਕੀਤੀ। ਇਹਦੇ ਵਿੱਚ ਸਪੋਜ਼ ਕਰ ਲਓ ਵੀ ਜਿਸ ਤਰ੍ਹਾਂ ਆਪਾਂ ਕਹਿ ਦਿੱਤਾ 2640300। ਠੀਕ ਹੈ, ਇਹ ਆਪਣੇ ਕੋ ਕੋਈ ਵੈਲਿਊ ਆ, ਇਹਦੇ ਵਿੱਚ ਹੁਣ
ਆਪਣੇ को लास्ट ਜਿਹੜੀ ਆ नॉन जीरो डिजिट तो बाद जिन्नियां जीरो ਜਿਹੜੀਆਂ आ रही ਆ ਉਹ ਸਾਰੀਆਂ सिग्निफिकेंट नहीं होणगियां। ठीक है, ਇਹਦਾ मतलब फिर अपने को सिग्निफिकेंट फिगर्स किन्नियां बच गईयां 5। ਇਹਦੇ ਵਿੱਚ ਆਪਣੇ को वैल्यू ਵਿੱਚ किन्नियां सिग्निफिकेंट फिगर्स होणगियां 5 सिग्निफिकेंट फिगर्स होणगियां ਵੀ जे अपने को लास्ट नॉन जीरो डिजिट तो बाद ਜਿਹੜੀਆਂ ਜ਼ੀਰੋਆਂ आ ਜਾਂਦੀਆਂ ਆ ठीक है वो सारियां की होणगियां अपने को सिग्निफिकेंट नहीं होणगियां। ठीक है, सो नैक्सट अपने को हुण देखो ਇਹਦੇ ਵਿੱਚ ਜਿਹੜੀ ਜ਼ੀਰੋ ਇਹਦੇ ਵਿੱਚ ਦੋ नॉन जीरो डिजिट्स ਦੇ ਵਿਚਕਾਰ ਆ ਗਈ ਇਹ सिग्निफिकेंट फिगर ਵਿੱਚ ਇਨਕਲੂਡ ਹੋ ਗਈ ਆ पर आ लास्ट वालियां ਜਿਹੜੀਆਂ ਇਹਨਾਂ ਨੂੰ नहीं इनकलूड करना। ठीक है, सो नैक्सट अपने को स्टूडेंट बी पार्ट ਇਹਦਾ all the zeros to the right of last non zero digits are significant। सो पिछले अपने को ए पार्ट ਦੇ ਵਿੱਚ ਕੀ ਲਿਖਿਆ ਸੀ all zeros to the right of last non zero digit are not significant। ਉਹਦੇ ਵਿੱਚ not significant ਹੀ ਇੱਥੇ ਕੀ ਬਣ ਗਿਆ significant ਬਣ ਗਿਆ ਪਰ ਨਾਲ ਇੱਥੇ ਇੱਕ ਕੰਡੀਸ਼ਨ ਲੱਗੀ if they come from measurement। ਜੇ ਉਹ measurement ਤੋਂ ਹੁੰਦੇ ਆ ਤੇ ਫਿਰ ਉਹ ਜਿਹੜੀਆਂ ਜ਼ੀਰੋਜ਼ ਆ ਰਾਈਟ ਸਾਈਡ ਦੇ ਉੱਤੇ ਲਾਸਟ ਨॉन ਜ਼ੀਰੋ ਡਿਜਿਟ ਦੇ ਉਹਨਾਂ ਨੂੰ ਆਪਾਂ ਇਨਕਲੂਡ ਕਰਨਾ ਸਿਗਨੀਫੀਕੈਂਟ ਫਿਗਰ ਵਿੱਚ। ਕਿਸ ਤਰ੍ਹਾਂ ਹੁਣ ਜੇ ਸਪੋਜ਼ ਕਰ ਲਓ ਉੱਪਰਲੀ ਫਿਗਰ ਹੀ ਮੈਂ ਲੈ ਲੈਣਾ 2640300 ਮੀਟਰ। ਠੀਕ ਹੈ, ਸੋ ਇਹ ਮੈਜ਼ਰਮੈਂਟ ਵਿੱਚ ਆ ਗਈ ਮੀਟਰਸ ਦੇ ਵਿੱਚ ਆ ਗਈ ਇਹਦਾ ਮਤਲਬ ਹੁਣ ਆ ਜ਼ੀਰੋਜ਼ ਜਿਹੜੀਆਂ ਆ ਲਾਸਟ ਦੇ ਉੱਤੇ ਜਿਹੜੀਆਂ ਲੱਗੀਆਂ ਇਹਨਾਂ ਨੂੰ ਆਪਾਂ सिग्निफिकेंट फिगर ਵਿੱਚ ਇਨਕਲੂਡ ਕਰ ਲਾਂਗੇ ਤੇ ਆਪਣੇ ਕੋ ਕਿੰਨੀਆਂ सिग्निफिकेंट फिगर्स ਬਣ ਜਾਣਗੀਆਂ 7 सिग्निफिकेंट फिगर्स ਬਣ ਜਾਣਗੀਆਂ। ਠੀਕ ਹੈ ਸਟੂਡੈਂਟਸ, ਜੇ ਮੈਜ਼ਰਮੈਂਟ ਦੇ ਵਿੱਚ ਨਹੀਂ ਹੈਗੀਆਂ ਤੇ ਫਿਰ ਇਹ 5 ਹੀ ਰਹਿਣਗੀਆਂ सिग्निफिकेंट फिगर ਪਰ ਜੇ ਆਪਾਂ ਕੋਈ ਮੈਜ਼ਰਮੈਂਟ ਵਿੱਚ ਇਹਨੂੰ ਲੈ ਆਉਂਦੇ ਆ ਵੀ ਇਹਦੇ ਨਾਲ ਯੂਨਿਟ ਜਿਹੜੇ ਲੱਗ ਜਾਂਦੇ ਕੋਈ ਮੀਟਰ ਲੱਗ ਗਿਆ ਕਿਲੋਗ੍ਰਾਮ ਲੱਗ ਗਿਆ ਕਿਲੋਮੀਟਰ ਲੱਗ ਗਿਆ ਸੈਕਿੰਡ ਲੱਗ ਗਿਆ ਮਿੰਟ ਲੱਗ ਗਿਆ ਫਿਰ ਇਹ ਕੀ ਬਣ ਜਾਂਦੇ ਆਪਣੇ ਕੋ ਉਹ ਜ਼ੀਰੋਸ ਜਿਹੜੀਆਂ ਆ ਉਹ ਇਨਕਲੂਡ ਹੋ ਜਾਂਦੀਆਂ ਵਿੱਚ ਹੀ। ਠੀਕ ਹੈ, ਸੋ ਇਹ ਵੈਲਿਊਜ਼ ਦੇ ਵਿੱਚ ਆਪਣੇ ਕੋਲ ਜਿਹੜੀ ਆ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਬਣ ਗਈਆਂ 7 ਸਿਗਨੀਫੀਕੈਂਟ ਫਿਗਰਸ ਜਿਹੜੀਆਂ ਬਣ ਜਾਂਦੀਆਂ। ਠੀਕ ਹੈ ਸਟੂਡੈਂਟਸ, ਸਪੋਜ਼ ਕਰ ਲਓ ਇਹ ਆਪਣੇ ਕੋਲ 2.0640 ਕਿਲੋਮੀਟਰ ਆ ਜਾਂਦਾ ਆ। ਠੀਕ ਹੈ, ਸੋ ਇਹਦੇ ਵਿੱਚ ਆਪਣੇ ਕੋਲ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਜਿਹੜੀਆਂ ਹੋਣਗੀਆਂ तो ਇਹਦੇ ਵਿੱਚ ਆਪਣੇ ਕੋ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਆ ਜਾਣਗੀਆਂ ਆ ਆਪਣੇ ਕੋ ਸਾਰੀਆਂ ਸਿਗਨੀਫੀਕੈਂਟ 1 2 3 4 ਤੇ 5 ਆਪਣੇ ਕੋ ਸਿਗਨੀਫੀਕੈਂਟ ਫਿਗਰਸ ਜਿਹੜੀਆਂ ਆ ਜਾਣਗੀਆਂ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਮੈਜ਼ਰਮੈਂਟ ਹੈਗੀ ਆ ਲਾਸਟ ਵਾਲੀ ਜ਼ੀਰੋ ਨੂੰ ਆਪਾਂ ਜਿਹੜਾ ਨਹੀਂ ਛੱਡਣਾ। ਠੀਕ ਹੈ ਸਟੂਡੈਂਟਸ, ਸੋ ਇਹ ਸੀ ਆਪਣੇ ਕੋ ਰੂਲਸ ਇਸ ਸਿਗਨੀਫੀਕੈਂਟ ਫਿਗਰਸ ਦੇ। ਨੈਕਸਟ ਸਟੂਡੈਂਟ ਸਾਡੇ ਕੋਲ ਹੈਗਾ ਰਾਉਂਡਿੰਗ ਆਫ ਟੂ ਡਿਜ਼ਾਇਰਡ नंबर ऑफ सिग्निफिकेंट फिगर्स। सो राउंडिंग ऑफ की अपने को हुंदा भी आपां सपोज कर लो भी साडे को वैल्यू हैगी है 8.3637। ठीक है, ये वैल्यू आ इनू आपां ये 4 डेसीमल प्लेस तक वैल्यू नू आपां 3 डेसीमल वैल्यू तक जिहड़ी वो चेंज करना चाहुंदे आ। किस तरह चेंज करांगे 8.364। सो 7 जिहड़ी लास्ट वाली जिहड़ी डिजिट आ उहनू आपां जिहड़ा की आ कट कर देवांगे ते उस तो पहले वाली डिजिट विच एक ऐड कर देवांगे। ठीक है, सो ये अपने को की बन जाऊगी 3 डेसीमल प्लेस तक जिहड़ी सिग्निफिकेंट फिगर वो आ जाऊगी। ठीक है, सो इनू आपां किस तरह कीता की रूल्स आ इन्हां नू राउंडिंग ऑफ करन दे। सो पहला आपां ਉਹ ਜਿਹੜੇ रूल स्टडी करांगे रूल नंबर 1 ਜਿਹੜਾ ਕੀ ਹੈਗਾ ਆ। ठीक है, सो सपोज कर लो ਵੀ ਜਿਹੜਾ डिजिट आपां ड्रॉप करना आ लास्ट ਦੇ ਉੱਤੇ ਜੇ ਉਹ 5 ਨਾਲੋਂ ਘੱਟ ਆ फॉर एग्जांपल ਉਹਦੀ ਵੈਲਿਊ ਹੈਗੀ ਆ 7.82 ਆ। ਹੁਣ ਇਹਦੇ ਵਿੱਚ ਲਾਸਟ ਜਿਹੜਾ डिजिट ਆ ਰਿਹਾ ਆ ਉਹਦੀ ਵੈਲਿਊ ਜਿਹੜੀ ਆ ਲਾਸਟ डिजिट ਕਿਹੜਾ 2 ਆ 2 ਦੀ ਵੈਲਿਊ ਜਿਹੜੀ 5 ਨਾਲੋਂ ਕੀ ਹੋ ਗਈ ਘੱਟ ਹੋ ਗਈ। ਠੀਕ ਹੈ,
ਸੋ ਜੇ ਉਹਦੀ ਲਾਸਟ ਡਿਜਿਟ ਦੀ ਵੈਲਿਊ 5 ਨਾਲੋਂ ਘੱਟ ਆ ਤੇ ਉਹਦੇ ਤੋਂ ਪਹਿਲਾ ਡਿਜਿਟ ਉਹ ਆਪਾਂ ਐਜ਼ ਇਟ ਇਜ਼ ਹੀ ਲਿਖ ਦੇਣਾ ਆ। ਸੋ ਵੈਲਿਊ ਜਿਹੜੀ ਕਿੰਨੀ ਆ ਜਾਊਗੀ 7.8। ਸੋ ਅਪ ਟੂ 1 ਡੈਸੀਮਲ ਪਲੇਸ ਤੱਕ ਸਿਗਨੀਫੀਕੈਂਟ ਫਿਗਰ ਨੂੰ ਆਪਾਂ ਰਾਉਂਡ ਆਫ ਕਰ ਲਿਆ। ਠੀਕ ਹੈ, ਸੋ ਇਸ ਤਰ੍ਹਾਂ ਜਿਹੜਾ ਕੀ ਆ ਉਹ ਆਪਾਂ ਰਾਉਂਡਿੰਗ ਆਫ ਕਰੀਦੀ ਆ। ਜੇ ਆਪਣੇ ਕੋਲ ਲਾਸਟ ਵਾਲਾ ਡਿਜਿਟ 5 ਨਾਲੋਂ ਘੱਟ ਹੋਵੇ ਤੇ ਉਹਦੇ ਤੋਂ ਪਹਿਲੇ ਵਾਲਾ ਡਿਜਿਟ ਜਿਹੜਾ ਆ ਉਹ ਐਜ਼ ਇਟ ਇਜ਼ ਹੀ ਲਿਖ ਦਈਦਾ ਆ, ਉਹ ਵੈਲਿਊ ਜਿਹੜੀ ਅਨਚੇਂਜ ਰਹਿ ਜਾਂਦੀ ਆ। ਠੀਕ ਹੈ ਸਟੂਡੈਂਟਸ, ਸੋ ਇਹ ਆਪਣੇ ਕੋ ਫਸਟ ਰੂਲ ਹੋ ਗਿਆ। ਨੈਕਸਟ ਆਪਣੇ ਕੋ ਆਓ ਰੂਲ ਸੈਕਿੰਡ। ਠੀਕ ਹੈ, ਸੈਕਿੰਡ ਰੂਲ ਦੇ ਵਿੱਚ ਕੀ ਹੈਗਾ ਆਪਣੇ ਕੋ ਵੀ ਜੇ ਸਪੋਜ਼ ਕਰ ਲਓ ਵੀ ਲਾਸਟ ਵਾਲਾ ਡਿਜਿਟ ਜਿਹੜਾ ਡ੍ਰੌਪ ਕਰਨਾ ਆ ਉਹਦੀ ਵੈਲਿਊ ਹੁਣ 5 ਨਾਲੋਂ ਜ਼ਿਆਦਾ ਹੋ ਗਈ। ਠੀਕ ਹੈ, ਸਪੋਜ਼ ਕਰ ਲਓ ਵੀ ਵੈਲਿਊ ਜਿਹੜੀ ਕਿੰਨੀ ਆ 7.86 ਆ। ਠੀਕ ਹੈ, ਹੁਣ ਇਹਦੇ ਵਿੱਚ ਤੁਸੀਂ ਦੇਖੋ ਲਾਸਟ ਵਾਲਾ ਡਿਜਿਟ ਜਿਹੜਾ ਆ ਉਹ 6 ਆ ਰਿਹਾ ਆ। ਸੋ 6 ਜਿਹੜਾ ਕੀ ਆ ਉਹ 5 ਨਾਲੋਂ ਜ਼ਿਆਦਾ ਆ। ਠੀਕ ਹੈ, ਜੇ ਉਹਦੀ ਵੈਲਿਊ 5 ਨਾਲੋਂ ਜ਼ਿਆਦਾ ਆ ਤੇ ਉਹਦੇ ਤੋਂ ਪਹਿਲੇ ਵਾਲਾ ਜਿਹੜਾ ਡਿਜਿਟ ਹੁੰਦਾ ਆ ਉਹ ਕੀ ਆ 8। ਠੀਕ ਹੈ, ਸੋ 8 ਦੇ ਵਿੱਚ ਫਿਰ ਆਪਾਂ ਕੀ ਕਰ ਦਾਂਗੇ 1 ਪਲੱਸ ਕਰ ਦਾਂਗੇ, ਇਹ ਆਪਣੀ ਕੋ ਵੈਲਿਊ ਕੀ ਬਣ ਜਾਊਗੀ 9। ਠੀਕ ਹੈ, ਇਹੋ ਹੀ ਜਿਹੜੀ ਆ ਐਗਜ਼ਾਮਪਲ ਇਹਦੀ ਮੈਂ ਤੁਹਾਨੂੰ ਰੂਲ ਨੰਬਰ 2 ਦੀ ਉੱਪਰਲੇ ਪਾਸੇ ਦਿੱਤੀ ਸੀ ਕਿ ਲਾਸਟ ਵਾਲਾ ਡਿਜਿਟ ਵੇਖੋ 7 ਸੀ, ਇੱਥੇ ਇਹਦੀ ਵੈਲਿਊ ਜਿਹੜੀ ਆ 5 ਨਾਲੋਂ ਜ਼ਿਆਦੀ ਆ, 5 ਨਾਲੋਂ ਵੱਡਾ ਆ ਇਹ ਡਿਜਿਟ। ਇਸ ਕਰਕੇ ਇਹਦੇ ਤੋਂ ਪਹਿਲਾ ਜਿਹੜਾ ਡਿਜਿਟ ਹੋਊਗਾ ਉਹਦੇ ਵਿੱਚ 1 ਐਡ ਹੋ ਜਾਂਦਾ ਆ। ਠੀਕ ਹੈ, 3 ਦੀ ਬਜਾਏ ਉਹ ਕੀ ਬਣ ਗਿਆ 4 ਬਣ ਗਿਆ। ਠੀਕ ਹੈ ਸਟੂਡੈਂਟ, ਸੋ ਇਸ ਤਰੀਕੇ ਦੇ ਨਾਲ ਆਪਾਂ ਰਾਉਂਡਿੰਗ ਆਫ ਕਰੀਦੀ ਆ ਜੇ 5 ਨਾਲੋਂ ਜ਼ਿਆਦਾ ਜਿਹੜੀ ਹੈ ਵੈਲਿਊ ਲਾਸਟ ਵਾਲੇ ਡਿਜਿਟ ਦੀ ਹੁੰਦੀ ਹੈ। ਠੀਕ ਹੈ, ਸੋ ਇਹ ਸੀ ਰੂਲ ਨੰਬਰ 2। ਸੋ ਨੈਕਸਟ ਸਟੂਡੈਂਟਸ ਦੇਖੋ ਆਪਣੇ ਕੋ ਰੂਲ ਨੰਬਰ 3। ਠੀਕ ਹੈ ਸਟੂਡੈਂਟਸ, ਇਹਦੇ ਵਿੱਚ ਹੁਣ ਪਹਿਲੇ ਦੋ ਰੂਲਸ ਦੇ ਵਿੱਚ ਅਸੀਂ ਦੇਖਿਆ ਵੀ ਲਾਸਟ ਵਾਲਾ ਡਿਜਿਟ ਜੇ 5 ਨਾਲੋਂ ਛੋਟਾ ਹੁੰਦਾ ਤੇ ਉਹਦੇ ਤੋਂ ਪਹਿਲਾ ਡਿਜਿਟ ਜਿਹੜਾ ਉਹ ਐਜ਼ ਇਟ ਇਜ਼ ਹੀ ਰਹਿੰਦਾ ਆ। ਠੀਕ ਹੈ, ਤੇ ਦੂਸਰੇ ਰੂਲ ਦੇ ਵਿੱਚ ਜਦੋਂ ਲਾਸਟ ਡਿਜਿਟ 5 ਨਾਲੋਂ ਵੱਡਾ ਹੋ ਜਾਂਦਾ ਆ ਤੇ ਉਹਦੇ ਤੋਂ ਪਹਿਲਾ ਡਿਜਿਟ ਜਿਹੜਾ ਉਹਦੇ ਵਿੱਚ 1 ਐਡ ਹੋ ਜਾਂਦਾ ਆ। ਠੀਕ ਹੈ, ਜੇ ਸਪੋਜ਼ ਕਰ ਲਓ ਵੀ ਆਪਾਂ ਕੋਈ ਜਿਹੜਾ ਇਹੋ ਜਿਹਾ ਡਿਜਿਟ ਲਈਏ ਜਿਹਦੇ ਵਿੱਚ ਆਵੇ ਹੀ ਲਾਸਟ ਵਾਲਾ ਡਿਜਿਟ ਜਿਹੜਾ ਆ ਉਹ ਇਸ ਤਰ੍ਹਾਂ ਦਾ ਆਵੇ ਵੀ ਆਪਣੇ ਕੋ 7.852 ਜਿਸ ਤਰ੍ਹਾਂ ਆਪਣੇ ਕੋ ਕੋਈ ਵੈਲਿਊ ਹੈਗੀ ਆ। ਇਹਦੇ ਵਿੱਚ ਦੇਖੋ ਵੀ ਆਪਾਂ ਇਹਨੂੰ 1 ਡੈਸੀਮਲ ਪਲੇਸ ਤੱਕ ਜਿਹੜਾ ਆ ਉਹ ਕੈਲਕੂਲੇਟ ਕਰਨਾ ਆ। ਠੀਕ ਹੈ, ਸੋ ਰਾਉਂਡਿੰਗ ਆਫ ਆਪਾਂ ਕੀ ਕਰਨੀ ਹੈ 1 ਡੈਸੀਮਲ ਪਲੇਸ ਤੱਕ ਕਰਨੀ ਹੈ। ਸੋ ਇਹਨੂੰ ਫਿਰ ਆਪਾਂ ਕਿਸ ਤਰ੍ਹਾਂ ਰਾਉਂਡਿੰਗ ਆਫ ਕਰਾਂਗੇ। ਸੋ ਇਹਦੇ ਵਿੱਚ ਹੁਣ ਅਗਲਾ ਡਿਜਿਟ ਉਹ ਹੈ ਹੀ 5 ਆ। ਸੋ ਇਹਦੇ ਵਿੱਚ ਹੁਣ ਆਪਾਂ ਕੀ ਦੇਖਣਾ ਆ ਵੀ 5 ਨਾਲੋਂ ਨੈਕਸਟ ਡਿਜਿਟ ਜਿਹੜਾ ਕੀ ਦੇਖਣਾ ਆ ਵੀ ਕੋਈ ਹੈਗਾ ਆ। ਜੇ 5 ਤੋਂ ਅੱਗੇ ਕੋਈ ਡਿਜਿਟ ਹੈਗਾ ਆ ਤੇ ਫੇਰ ਤੇ ਉਹ ਤੋਂ ਜਿਹੜਾ 5 ਤੋਂ ਪਿਛਲਾ ਡਿਜਿਟ ਆ ਉਹਦੀ ਆਪਾਂ ਰਾਉਂਡਿੰਗ ਆਫ ਕਰ ਦਾਂਗੇ, ਉਹ ਬਣ ਜਾਊਗਾ 7.9 ਬਣ ਜਾਊਗਾ। 1 ਡੈਸੀਮਲ ਪਲੇਸ ਤੱਕ ਉਹ ਰਾਉਂਡਿੰਗ ਆਫ ਹੋ ਜਾਊਗਾ। ਠੀਕ ਹੈ ਸਟੂਡੈਂਟਸ, ਇਹਦਾ ਪਤਾ ਲੱਗ ਗਿਆ। ਸੋ ਨੈਕਸਟ ਸਟੂਡੈਂਟ ਸਾਡੇ ਕੋਲ ਹੈਗਾ ਰੂਲ ਨੰਬਰ 4। ਕੋਈ ਵੈਲਿਊ ਸਪੋਜ਼ ਕਰ ਲਓ ਇਹੋ ਜਿਹੀ ਹੈਗੀ ਆ, ਉਹਦੇ ਵਿੱਚ ਆਪਾਂ 5 ਨੂੰ ਜਿਹੜਾ ਆ ਡ੍ਰੌਪ ਕਰਨਾ ਆ ਤੇ ਉਹਦੇ ਵਿੱਚ ਅਸੀਂ ਵੇਖਾਂਗੇ ਵੀ 5 ਤੋਂ ਅਗਲੇ ਪਾਸੇ ਜੇ 0 ਆ ਜਾਂਦਾ ਆ ਤੇ ਫਿਰ ਉਹ ਤੋਂ ਪਿਛਲੇ ਪਾਸੇ ਵਾਲੀ ਆਪਾਂ ਫਿਗਰ ਜਿਹੜੀ ਉਹ ਵੇਖਾਂਗੇ ਵੀ ਪਿਛਲੇ ਪਾਸੇ ਵਾਲਾ ਡਿਜਿਟ ਜਿਹੜਾ ਉਹ ਕਿੰਨਾ ਹੈਗਾ ਆ। ਠੀਕ ਹੈ, ਜੇ ਉਹ ਡਿਜਿਟ ਈਵਨ ਹੀ ਹੁੰਦਾ ਆ। ਠੀਕ ਹੈ, ਸਪੋਜ਼ ਕਰ ਲਓ ਵੀ ਆਪਣੇ ਕੋਲ ਵੈਲਿਊ ਹੈਗੀ 7.850। ਠੀਕ ਹੈ, ਹੁਣ 5 ਦੇ ਅੱਗੇ ਤੇ 0 ਆ ਗਿਆ, ਇਹਦਾ ਮਤਲਬ ਜਿਹੜਾ ਕੀ ਆ ਫਿਰ ਥਰਡ ਰੂਲ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਆਪਣੇ ਕੋ 1 ਐਡ ਨਹੀਂ ਹੋ ਸਕਦਾ। ਠੀਕ ਹੈ, ਸੋ ਜੇ ਅੱਗੇ ਕੋਈ ਡਿਜਿਟ ਹੁੰਦਾ 0 ਦੀ ਬਜਾਏ ਕੋਈ ਨੋਨ ਜ਼ੀਰੋ ਡਿਜਿਟ ਹੁੰਦਾ ਫੇਰ ਅਸੀਂ ਰਾਉਂਡਿੰਗ ਆਫ ਕਰ ਦੇਣੀ ਤੇ 1 ਜਿਹੜਾ ਇਹਦੇ ਵਿੱਚ ਐਡ ਕਰ ਦੇਣਾ ਹੈ। ਠੀਕ ਹੈ, ਪਰ ਹੁਣ ਇੱਥੇ ਜਿਹੜਾ ਕੀ ਆ ਐਡ ਨਹੀਂ ਹੋ ਸਕਦਾ, ਇਹ ਕੀ ਰਹੂਗਾ ਆਪਣੇ ਕੋ ਐਜ਼ ਇਟ ਇਜ਼ ਹੀ ਇਹਦੇ ਤੋਂ ਪਹਿਲਾ ਡਿਜਿਟ ਰਹਿ ਜਾਊਗਾ। ਇਹ ਆਪਣੇ ਕੋ ਸਿਗਨੀਫੀਕੈਂਟ ਫਿਗਰ ਕੀ ਬਣ ਜਾਊਗੀ 7.8 ਬਣ ਜਾਊਗੀ। ਠੀਕ ਹੈ, ਕਲੀਅਰ ਹੋ ਗਈ ਗੱਲ। ਹੁਣ ਸਪੋਜ਼ ਕਰ ਲਓ ਵੀ ਨੈਕਸਟ ਆਪਣੇ ਕੋ ਦੇਖੋ ਰੂਲ ਨੰਬਰ 5 ਦੇ ਵਿੱਚ ਜੇ ਆਪਣੇ ਕੋ ਇਹ ਤੋਂ 5 ਤੋਂ ਪਿਛਲਾ ਡਿਜਿਟ ਜਿਹੜਾ ਈਵਨ ਦੀ ਬਜਾਏ ਔਡ ਹੋਵੇ, ਜੇ ਔਡ ਡਿਜਿਟ ਹੁੰਦਾ ਤੇ ਫੇਰ ਆਪਾਂ ਕੀ ਕਰਨਾ ਸੀ, ਫੇਰ ਇਹਨੂੰ ਜਿਹੜਾ ਰਾਉਂਡਿੰਗ ਆਫ ਕਰਕੇ ਇਹਨੂੰ ਕੀ ਬਣਾ ਲੈਣਾ ਸੀ ਈਵਨ ਬਣਾ ਲੈਣਾ ਸੀ। ਠੀਕ ਹੈ ਸਟੂਡੈਂਟਸ,
ਸੋ ਡ੍ਰੌਪ ਕਰਨਾ ਇਹਨੂੰ 5 ਨੂੰ ਇੱਥੋਂ, ਠੀਕ ਹੈ। ਤੇ ਆਪਾਂ ਦੇਖਣਾ ਆ ਵੀ 5 ਦੇ ਅੱਗੇ ਕੀ ਹੈਗਾ ਆ। ਜੇ ਤੇ ਆਪਣੇ ਕੋਲ ਨੌਨ ਜ਼ੀਰੋ ਡਿਜਿਟ ਆ ਫੇਰ ਤੇ ਉਹਦੇ ਤੋਂ ਪਹਿਲੇ ਡਿਜਿਟ ਦੀ ਰਾਉਂਡਿੰਗ ਆਫ ਹੋ ਜਾਊਗੀ, ਠੀਕ ਹੈ। ਤੇ ਜੇ ਆਪਣੇ ਕੋਲ ਵੇਖਿਆ ਵੀ 5 ਦੇ ਅੱਗੇ 0 ਹੈਗੀ ਆ ਫੇਰ ਉਹਦੇ ਤੋਂ ਪਹਿਲੇ ਵਾਲਾ ਡਿਜਿਟ ਵੇਖਣਾ ਆ ਵੀ ਈਵਨ ਹੈਗਾ ਆ। ਜੇ ਈਵਨ ਆ ਤੇ ਫੇਰ ਉਹ ਐਜ਼ ਇਟ ਇਜ਼ ਹੀ ਰਹੂਗਾ, ਠੀਕ ਹੈ। ਪਰ ਜੇ ਉਹ ਔਡ ਹੋਇਆ ਉਸ ਤੋਂ ਪਹਿਲਾ ਡਿਜਿਟ ਤੇ ਫੇਰ ਆਪਾਂ ਉਹਨੂੰ ਈਵਨ ਬਣਾ ਲੈਣਾ, ਯਾਨੀ ਕਿ ਇੱਕ ਉਹਦੇ ਵਿੱਚ ਐਡ ਕਰ ਦੇਣਾ, ਠੀਕ ਹੈ ਸਟੂਡੈਂਟਸ। ਸੋ ਇਹ ਆਪਣੇ ਕੋਲ 5 ਰੂਲਸ ਆ ਜਿਹੜੇ ਆਪਾਂ ਰਾਉਂਡਿੰਗ ਆਫ ਜਿਹੜੀ ਆ ਸਿਗਨੀਫੀਕੈਂਟ ਫਿਗਰਸ ਦੀ ਇਹਨਾਂ ਰੂਲਸ ਦੇ ਮੁਤਾਬਕ ਕਰਦੇ ਆ। ਓਕੇ ਸਟੂਡੈਂਟਸ। ਨੈਕਸਟ ਅੱਗੇ ਸਟੂਡੈਂਟ ਸਾਡੇ ਕੋਲ ਹੈਗਾ ਅਰਥਮੈਟਿਕਲ ਆਪਰੇਸ਼ਨਸ ਵਿਦ ਸਿਗਨੀਫੀਕੈਂਟ ਫਿਗਰਸ, ਠੀਕ ਹੈ। ਅਰਥਮੈਟਿਕਲ ਆਪਰੇਸ਼ਨਸ ਜਿਹੜੇ ਸਿਗਨੀਫੀਕੈਂਟ ਫਿਗਰਸ ਨਾਲ ਅਰਥਮੈਟਿਕਲ ਆਪਰੇਸ਼ਨਸ ਕੀ ਹੁੰਦੇ ਆ, ਜਿਸ ਤਰ੍ਹਾਂ ਐਡੀਸ਼ਨ ਔਰ ਸਬਟ੍ਰੈਕਸ਼ਨ, ਠੀਕ ਹੈ। ਫਿਰ ਮਲਟੀਪਲੀਕੇਸ਼ਨ, ਡਿਵੀਜ਼ਨ, ਇਹ ਸਾਰੇ ਕੀ ਆ ਅਰਥਮੈਟਿਕਲ ਆਪਰੇਸ਼ਨਸ ਹੈਗੇ ਆ। ਸੋ ਫਸਟ ਆਪਾਂ ਜਿਹੜਾ ਕਰਾਂਗੇ ਅਰਥਮੈਟਿਕਲ ਆਪਰੇਸ਼ਨ ਐਡੀਸ਼ਨ ਔਰ ਸਬਟ੍ਰੈਕਸ਼ਨ, ਠੀਕ ਹੈ। ਸਪੋਜ਼ ਕਰ ਲਓ ਵੀ ਆਪਾਂ ਨੂੰ ਵੈਲਿਊਜ਼ ਜਿਹੜੀਆਂ ਗਿਵਨ ਦਿੱਤੀਆਂ ਹੈਗੀਆਂ ਆ। ਇੱਕ ਹੈਗੀ ਆਪਣੇ ਕੋਲ ਵੈਲਿਊ 87.6 ਤੇ ਦੂਸਰੀ ਆਪਣੇ ਕੋਲ ਵੈਲਿਊ ਹੈਗੀ ਆ 3.456। ਇਹ ਦੋ ਵੈਲਿਊਜ਼ ਨੂੰ ਜੇ ਆਪਾਂ ਐਡ ਕਰਨਾ ਆ ਤੇ ਐਡ ਕਰਕੇ ਸਾਡੇ ਕੋਲ ਵੈਲਿਊ ਕੀ ਆਊਗੀ, ਇਹ 6 5 ਆਪਣੇ ਕੋਲ 0 1 7 3 10 ਤੇ 1 11 ਇੱਧਰ ਆਪਣੇ ਕੋਲ 9 ਆ ਗਈ, ਠੀਕ ਹੈ। ਸੋ 91.056 ਜਿਹੜੀ ਕੀ ਆ ਵੈਲਿਊ ਸਾਡੇ ਕੋਲ ਰਿਜ਼ਲਟੈਂਟ ਆ ਜਾਊਗੀ, ਠੀਕ ਹੈ ਸਟੂਡੈਂਟਸ। ਪਰ ਹੁਣ ਆਪਾਂ ਦੇਖਣਾ ਵੀ ਜਿਹੜੀਆਂ ਆਪਾਂ ਨੂੰ ਗਿਵਨ ਵੈਲਿਊਜ਼ ਦਿੱਤੀਆਂ ਜਿਨ੍ਹਾਂ ਨੂੰ ਆਪਾਂ ਐਡ ਕਰਕੇ ਰਿਜ਼ਲਟੈਂਟ ਵੈਲਿਊ ਆਬਟੇਨ ਕਰਦੇ ਪਏ ਆ, ਉਹਨਾਂ ਗਿਵਨ ਵੈਲਿਊਜ਼ ਦੇ ਵਿੱਚ ਡੈਸੀਮਲ ਪੁਆਇੰਟ ਤੋਂ ਬਾਅਦ ਕਿੰਨੇ ਡਿਜਿਟ ਹੈਗੇ ਹੀ, ਉਹ ਲੀਸਟ ਵੈਲਿਊ ਜਿਹੜੀ ਉਹ ਆਪਾਂ ਦੇਖਣੀ ਹੁੰਦੀ ਹੈ। ਹੁਣ ਇਹਦੇ ਵਿੱਚ ਕਿੰਨੇ ਆ, ਇਹਦੇ ਤੋਂ ਬਾਅਦ ਡੈਸੀਮਲ ਤੋਂ ਬਾਅਦ 3 ਆਪਣੇ ਕੋਲ ਡਿਜਿਟ ਜਿਹੜੇ ਆ ਰਹੇ ਆ, ਜਦ ਕਿ ਪਹਿਲੇ ਵਾਲੀ ਜਿਹੜੀ ਆਪਣੇ ਕੋਲ ਵੈਲਿਊ ਆ ਉਹਦੇ ਵਿੱਚ ਡੈਸੀਮਲ ਤੋਂ ਬਾਅਦ 1 ਡਿਜਿਟ ਆ ਰਿਹਾ ਆ, ਠੀਕ ਹੈ। ਸੋ ਲੀਸਟ ਜਿਹੜੀ ਕੀ ਆ ਆਪਾਂ ਡਿਜਿਟ ਵੇਖਣਾ ਹੈ ਡੈਸੀਮਲ ਪੁਆਇੰਟ ਤੋਂ ਬਾਅਦ, ਉਹ ਵੈਲਿਊ ਵੇਖਣੀ ਆ। ਇਸ ਕਰਕੇ ਰਿਜ਼ਲਟੈਂਟ ਵੀ ਜਿਹੜਾ ਆ ਉਹ ਵੀ ਅਪ ਟੂ 1 ਡੈਸੀਮਲ ਪਲੇਸ ਤੱਕ ਹੀ ਆਪਾਂ ਕੈਲਕੂਲੇਟ ਕਰਨਾ ਹੈ, ਠੀਕ ਹੈ। ਸੋ ਇੱਥੇ ਆਪਣੇ ਕੋਲ ਹੁਣ ਵੈਲਿਊ ਆ ਗਈ 91.056। ਇਹਨੂੰ ਆਪਾਂ ਕਿਸ ਤਰ੍ਹਾਂ ਰਾਉਂਡਿੰਗ ਆਫ ਇਹਦੀ ਕਰਾਂਗੇ, ਇਹ ਆ ਜਾਊਗਾ 91.0। ਹੁਣ 5 ਤੋਂ ਅੱਗੇ ਦੇਖੋ 6 ਆ ਗਿਆ, ਇਹਦਾ ਮਤਲਬ 0 ਦੇ ਵਿੱਚ ਇੱਕ ਜਿਹੜਾ ਐਡ ਹੋ ਸਕਦਾ, ਇਹ ਆਪਣੇ ਕੋਲ ਵੈਲਿਊ ਆ ਜਾਊਗੀ 91.1 ਜਿਹੜੀ ਆ ਐਡ ਹੋ ਕੇ ਵੈਲਿਊ ਆ ਜਾਊਗੀ, ਠੀਕ ਹੈ ਸਟੂਡੈਂਟਸ। ਸਮਝ ਲੱਗ ਗਈ ਹੈ ਕਿ ਨਹੀਂ। ਤੋ ਦੇਖਣਾ ਆ ਦੋਨਾਂ ਦੇ ਵੈਲਿਊਜ਼ ਦੇ ਵਿੱਚ ਵੇਖਣਾ ਆ ਵੀ ਡੈਸੀਮਲ ਤੋਂ ਬਾਅਦ ਲੀਸਟ ਡਿਜਿਟ ਕਿਹਦੇ ਹੈਗੇ ਆ। ਇਹਦੇ ਵਿੱਚ ਆਪਣੇ ਕੋ 1 ਡਿਜਿਟ ਆ ਰਿਹਾ ਆ, ਦੂਸਰੀ ਆਪਣੇ ਕੋ ਜਿਹੜੀ ਵੈਲਿਊ ਉਹਦੇ ਵਿੱਚ 3 ਡਿਜਿਟ ਜਿਹੜੇ ਡੈਸੀਮਲ ਪਲੇਸ ਤੋਂ ਬਾਅਦ ਆ ਰਿਹਾ। ਇਸ ਕਰਕੇ ਜਿਹੜਾ ਕੀ ਆ ਆਪਾਂ ਜਿਹੜੀ ਰਿਜ਼ਲਟੈਂਟ ਵੈਲਿਊ ਕੈਲਕੂਲੇਟ ਕਰਦੇ ਆ ਉਹਦੇ ਵਿੱਚ ਵੀ ਆਪਾਂ ਡੈਸੀਮਲ ਤੋਂ ਬਾਅਦ ਇੱਕੋ ਹੀ ਡਿਜਿਟ ਜਿਹੜਾ ਉਹ ਲੈਣਾ ਆ, ਠੀਕ ਹੈ ਸਟੂਡੈਂਟਸ। ਔਰ ਲੀਸਟ ਵੈਲਿਊ ਜਿਹੜੀ ਡੈਸੀਮਲ ਤੋਂ ਬਾਅਦ ਜਿਹੜੀ ਉਹ ਆਪਾਂ ਰੱਖਣੀ ਆ, ਠੀਕ ਹੈ। ਸੋ ਇਸੇ ਤਰ੍ਹਾਂ ਸਬਟ੍ਰੈਕਸ਼ਨ ਦੇ ਵਿੱਚ ਦੇਖੋ ਇੰਨਾ ਹੀ ਆਪਣੇ ਕੋ ਵੈਲਿਊਜ਼ ਦੇ ਨਾਲ 87.6 ਦੂਸਰੀ ਆਪਣੇ ਕੋ ਵੈਲਿਊ 3.456, ਠੀਕ ਹੈ। ਜਦੋਂ ਇਹ ਵੈਲਿਊ ਆਪਾਂ ਸਬਟ੍ਰੈਕਟ ਕਰਾਂਗੇ ਤੇ ਕੀ ਆਊਗਾ ਆਪਣੇ ਕੋ, ਦੇਖੋ ਜੇ ਉੱਥੇ ਕੋਈ ਟਰਮ ਨਹੀਂ ਹੈਗੀ ਆਪਾਂ 0 ਜਿਹੜਾ ਉਹ ਲਗਾ ਲੈਂਦੇ ਆ। ਇਹ ਆਪਣੇ ਕੋ 4 ਤੇ 9 5 ਦੇ ਵਿੱਚੋਂ ਕੱਢੇ 4 ਆ ਗਏ ਤੇ ਆਪਣੇ 541.73 ਦੇ ਵਿੱਚੋਂ ਜਿਹੜਾ 4 ਆ ਗਿਆ, ਠੀਕ ਹੈ, ਤੇ 8 ਆ ਗਿਆ। 84.144 ਜਿਹੜਾ ਕੀ ਆ ਇਹ ਆ ਜਾਊਗਾ, ਠੀਕ ਹੈ ਸਟੂਡੈਂਟਸ। ਸੋ ਇਹ ਆਪਣੇ ਕੋ ਡੈਸੀਮਲ ਤੋਂ ਬਾਅਦ ਦੇਖੋ ਆਪਣੇ ਕੋ ਇੱਕੋ ਹੀ ਡਿਜਿਟ ਆ, ਠੀਕ ਹੈ। ਆ ਜਿਹੜੀਆਂ 2 ਜ਼ੀਰੋਆਂ ਇਹ ਸਿਗਨੀਫੀਕੈਂਟ ਫਿਗਰ ਵਿੱਚ ਇਨਕਲੂਡ ਨਹੀਂ ਹੁੰਦੀਆਂ, ਇਹਨੂੰ ਆਪਾਂ 1 ਡੈਸੀਮਲ ਪਲੇਸ ਤੱਕ ਹੀ ਜਿਹੜਾ ਉਹ ਰੱਖਣਾ ਹੈ, ਠੀਕ ਹੈ। ਇਹਦਾ ਮਤਲਬ ਸਬਟ੍ਰੈਕਟ ਹੋ ਕੇ ਸਾਡੇ ਕੋਲ ਵੈਲਿਊ ਜਿਹੜੀ ਕਿੰਨੀ ਆ ਜਾਊਗੀ 84.1, ਕਿਉਂਕਿ ਅੱਗੇ ਆਪਣੇ ਕੋਲ 5 ਨਹੀਂ ਹੈਗਾ, 5 ਤੋਂ ਘੱਟ ਜਿਹੜੀਆਂ ਵੈਲਿਊਜ਼ ਹੈਗੀਆਂ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਇਨਕਲੂਡ ਹੀ ਨਹੀਂ ਕਰਨਾ। ਸੋ ਇਹ ਆਪਣੇ ਕੋਲ ਇਹਨਾਂ ਤੋਂ ਪਿਛਲਾ ਡਿਜਿਟ ਜਿਹੜਾ ਉਹ 1 ਹੀ ਰਹੂਗਾ 84.1।
1 ਜਿਹੜੀ वो अपने को रिजल्टेंट वैल्यू ਜਿਹੜੀ आ जाऊगी राउंडिंग ऑफ करके। सो गिवन वैल्यू के हिसाब के नाल भी जे अपने को डेसीमल प्लेस तो बाद लीस्ट वैल्यू ਜਿਹੜੀ ਆ ਉਹ ਕਿੰਨੀ ਹੈਗੀ ਆ 1 डेसीमल प्लेस तक ही। ठीक है स्टूडेंट्स। सो ये अपने को पहला जिहड़ा अर्थमैटिकल ऑपरेशन आ गया एडिशन और सबट्रैक्शन का। ठीक है स्टूडेंट्स। सो नेक्स्ट देखो अपने को बी पार्ट दैट इज फॉर मल्टीप्लाइकेशन और डिवीजन। हुण आपां इहदे विच की करनी है मल्टीप्लाइकेशन करनी है जां जिहड़ी आ डिवीजन। सो इहदे विच स्टूडेंट्स मल्टीप्लाइकेशन और डिवीजन दे विच सपोज कर लो भी अपने को दो वैल्यूज गिवन आ 3.8 ते दूसरी वैल्यू साडे को हैगी आ 0.125। ठीक है। इन्हां नूं आपां जे मल्टीप्लाई करना आ तो मल्टीप्लाई करन तो बाद जिहड़ा अपने को रिजल्टेंट ऑबटेन होऊगा वो आपां किस तरह उहदी वैल्यू जिहड़ी आ वो किस तरह जिहड़ी राउंडिंग ऑफ करनी आ वो देखना आ भी अपने को गिवन जिहड़ियां वैल्यूज ही जिन्हां नूं आपां मल्टीप्लाई करना आ उन्हां दे विच जिहड़ियां घट्टो घट सिग्निफिकेंट फिगर वाली किहड़ी वैल्यू हैगी आ। ठीक है। तो इहदे विच तुसीं देखो कि अपने को पहला जिहड़ी वैल्यू दित्ती आ उहदे विच 2 सिग्निफिकेंट फिगर आ, दूसरी जिहड़ी अपने को वैल्यू आ उहदे विच कितनियां सिग्निफिकेंट फिगर आ 3 सिग्निफिकेंट फिगर आ। सो इसदा मतलब लीस्ट सिग्निफिकेंट फिगर वाली जिहड़ी वैल्यू किहड़ी आ गई 3.8। ਇਹਦਾ मतलब अपने को ਜਿਹੜਾ रिजल्टेंट आऊगा ਉਹਦੀ भी ਜਿਹੜੀ वैल्यू आ वो ਆਪਾਂ 2 सिग्निफिकेंट फिगर्स तक ही रखनी आ। सो मल्टीप्लाई करके अपने को कितना आ गया इथे 0.475 ਜਿਹੜਾ ਆਪਣੇ को आ जाता है रिजल्टेंट वैल्यू ਜਿਹੜੀ। सो ये रिजल्टेंट वैल्यू ਦੇ ਵਿੱਚ ਆਪਾਂ ਦੇਖਾਂਗੇ ਵੀ 3 सिग्निफिकेंट फिगर्स ਆਈਆਂ ਇਹਨਾਂ ਨੂੰ ਹੁਣ ਆਪਾਂ ਜਿਹੜਾ 2 सिग्निफिकेंट फिगर्स तक राउंडिंग ऑफ ਜਿਹੜਾ करना है। ठीक है स्टूडेंट। ਹੁਣ ਤੁਸੀਂ देख सकते जे भी 475 अगे अपने को कुछ नहीं है इसका मतलब 0 ही है 5 तो अगे। ਹੁਣ ਆਪਾਂ ਇਹ ਤੋਂ ਪਹਿਲੇ ਵਾਲੀ ਜਿਹੜੀ वैल्यू देखनी ਹੁੰਦੀ ਆ ਵੀ ਆਪਣੇ को ऑड ਆ कि ਈਵਨ ਆ। ਜੇ ਤੇ ਈਵਨ ਹੁੰਦੀ ਫੇਰ ਤੇ ਐਜ਼ ਇਟ ਇਜ਼ ਰਹਿ ਜਾਣਾ ਸੀ ਪਰ ਹੁਣ ਇਹ ऑड ਹੈਗੀ ਆ ਇਸ ਕਰਕੇ ਇਸ ऑड ਦੇ ਵਿੱਚ ਆਪਾਂ 7 ਦੇ ਵਿੱਚ ਇੱਕ ਜਿਹੜਾ ਪਲੱਸ ਕਰ ਲਾਂਗੇ ਇਹ ਆਪਣੇ को वैल्यू ਕਿੰਨੀ ਆ ਜਾਊਗੀ ਕਰੈਕਟ ਕਰਕੇ ਰਾਉਂਡਿੰਗ ਆਫ ਕਰਕੇ 0.48 ਜਿਹੜੀ वैल्यू आ जाऊगी। ठीक है स्टूडेंट्स। सो ਇਹਦੇ ਵਿੱਚ ਵੀ टोटल नंबर ऑफ सिग्निफिकेंट फिगर्स ਕਿੰਨੀਆਂ ਆ ਗਈਆਂ 2। सो ਇਹ ਰਿਜ਼ਲਟੈਂਟ ਜਿਹੜੀ ਆ ਉਹ ਆਪਾਂ ਇਸ ਹਿਸਾਬ ਨਾਲ ਵੇਖਣੀ ਆ ਵੀ ਗਿਵਨ ਵੈਲਿਊ ਜਿਹੜੀਆਂ ਦਿੱਤੀਆਂ ਉਹਨਾਂ ਵਿੱਚ ਲੀਸਟ ਸਿਗਨੀਫੀਕੈਂਟ ਫਿਗਰ ਵਾਲੀ ਕਿਹੜੀ ਵੈਲਿਊ ਹੈਗੀ ਆ। ਠੀਕ ਹੈ। ਉਹਦੀਆਂ ਜਿੰਨੀਆਂ ਆਪਣੇ ਕੋ ਸਿਗਨੀਫੀਕੈਂਟ ਫਿਗਰਸ ਹੋਣਗੀਆਂ ਰਿਜ਼ਲਟੈਂਟ ਵੀ ਵਿੱਚ ਵੀ ਉਨੀਆਂ ਹੀ ਆਪਣੇ ਕੋ ਸਿਗਨੀਫੀਕੈਂਟ ਫਿਗਰਸ ਹੋਣਗੀਆਂ। ਠੀਕ ਹੈ। ਸੋ ਮਲਟੀਪਲਾਈਕੇਸ਼ਨ ਦੇ ਕੇਸ ਵਿੱਚ। तो नैक्सट अगे आओ अपने को डिवीजन का केस। तो सपोज कर लो कि आपां को साडे को एक वैल्यू आ 3700। सो इनू आपां डिवाइड कदे नाल करना 10.25 दे नाल आपां डिवाइड करदे हां। ठीक है। सो ये तुसीं देख सकदे जे इहदे विच जिहड़ी आ अपने को सिग्निफिकेंट फिगर्स किन्नियां आ रहीआं आ। पहली वैल्यू दे विच वो अपने को 2 सिग्निफिकेंट फिगर्स आ रहीआं आ। ठीक है। तो दूसरी अपने को देखो इस वैल्यू दे विच सिग्निफिकेंट फिगर्स कितनियां आ रही हैं 4 सिग्निफिकेंट फिगर्स जिहड़ियां आ रही हैं। ठीक है। सो इसदा मतलब इन्हां दोवां दी जिहड़ी अपने को रिजल्टेंट वैल्यू आऊगी कितनी वैल्यू आ रही है 360.9756। ठीक है स्टूडेंट्स। सो ये तकरीबन जिहड़ी अपने को ये कितनी आ रही है दैट इज इनू आप राउंडिंग ऑफ करिए तो अपने को 361 जिहड़ी आ वो वैल्यू आ रही है। ठीक है। पर हुण तुसीं देखो स्टूडेंट इत्थे अपने को 3 सिग्निफिकेंट फिगर्स बन गई सानू लीस्ट जिहड़ी कितनी चाहिए ही 2 वाली चाहिए ही। सो इस करके आपां की करदे हां इनू 360 जिहड़ा की लिख देवांगे। ठीक है। 360 लिखांगे इहदे विच फिर अपने को की हो जाऊगा 2 जिहड़ियां अपने को अगलियां जिहड़ियां हैगियां डिजिट्स ये सिग्नीफाई करनगियां भी 2 सिग्निफिकेंट फिगर वाली ये अपने को बन जाऊगी वैल्यू बन जाऊगी रिजल्टेंट वैल्यू। ठीक है स्टूडेंट्स। समझ लग गई यदि
ਸੋ ਇਹ ਆਪਣੇ ਕੋ ਜਿਹੜਾ ਮਲਟੀਪਲੀਕੇਸ਼ਨ ਦੇ ਕੇਸ ਦੇ ਵਿੱਚ ਜਾਂ ਡਿਵੀਜ਼ਨ ਦੇ ਕੇਸ ਵਿੱਚ ਅਸੀਂ ਇਹ ਦੇਖਣਾ ਹੁੰਦਾ ਵੀ ਗਿਵਨ ਵੈਲਿਊਜ਼ ਜਿਨ੍ਹਾਂ ਨੂੰ ਆਪਾਂ ਮਲਟੀਪਲਾਈ ਕਰਨਾ ਜਾਂ ਡਿਵਾਈਡ ਕਰਨਾ ਆ ਉਹਨਾਂ ਵਿੱਚ ਲੀਸਟ ਸਿਗਨੀਫੀਕੈਂਟ ਫਿਗਰਸ ਵਾਲੀ ਵੈਲਿਊ ਦੇ ਕੇ ਉਹਨੇ ਜਿੰਨੇ ਸਿਗਨੀਫੀਕੈਂਟ ਫਿਗਰਸ ਉਹਦੇ ਹੋਣਗੇ ਲੀਸਟ ਜਿਹੜੀ ਸਿਗਨੀਫੀਕੈਂਟ ਫਿਗਰ ਵਾਲੀ ਉਹਨੇ ਹੀ ਰਿਜ਼ਲਟੈਂਟ ਵੈਲਿਊ ਦੀਆਂ ਆਪਣੇ ਕੋਲ ਸਿਗਨੀਫੀਕੈਂਟ ਫਿਗਰਸ ਹੋਣੀਆਂ ਚਾਹੀਦੀਆਂ ਆ। ਓਕੇ ਸਟੂਡੈਂਟਸ,